ਸਟੱਡੀ ਹਰ ਕਿਸੇ ਦੇ ਲਈ ਜ਼ਰੂਰੀ ਹੈ। ਵਿੱਦਿਆ ਜਿਹਨੂੰ ਮਨੁੱਖ ਦਾ ਤੀਜਾ ਨੇਚਰ ਵੀ ਕਿਹਾ ਜਾਂਦਾ ਹੈ। ਹੁਣ ਇਸੇ ਨੂੰ ਲੈ ਕੇ ਚੰਡੀਗੜ੍ਹ ਯੂਨੀਵਰਸਿਟੀ ਵਿਦਿਆਰਥੀਆਂ ਲਈ ਇੱਕ ਸਕੀਮ ਸ਼ੁਰੂ ਕਰਨ ਜਾ ਰਹੀ ਹੈ, ਇੱਕ ਮਾਈਕ ਸਕੀਮ, ਜਾਣੀ ਕਿ ਪੈਸੇ ਦੀ ਸਕੀਮ, ਜਿਹਨੂੰ ਤੁਸੀਂ ਸਕਾਲਰਸ਼ਿਪ ਵੀ ਆਪਾਂ ਕਹਿ ਸਕਦੇ ਹਾਂ, ਤਾਂ ਜੋ ਬੱਚਿਆਂ ਦੀ ਪੜ੍ਹਾਈ ਕਿਤੇ ਨਾ ਰੁਕੇ। ਉਹ ਸਕੀਮ ਕੀ ਹੈ, ਕਿਹਨਾਂ ਬੱਚਿਆਂ ਨੂੰ ਦਿੱਤੀ ਜਾਊਗੀ, ਗੱਲਬਾਤ ਕਰਦੇ ਹਾਂ। ਸਾਡੇ ਨਾਲ ਸਤਨਾਮ ਸੰਧੂ ਜੀ ਮੌਜੂਦ ਨੇ, ਚਾਂਸਲਰ ਨੇ ਚੰਡੀਗੜ੍ਹ ਯੂਨੀਵਰਸਿਟੀ ਜੀ ਦੇ। ਸਤਨਾਮ ਜੀ, ਜਿਹੜੀ ਸਕੀਮ ਤੁਸੀਂ ਸ਼ੁਰੂ ਕਰ ਰਹੇ ਹੋ, ਫਾਈਨੈਂਸ਼ੀਅਲ ਸਕੀਮ, ਇਹ ਕਿਹਨਾਂ ਸਟੂਡੈਂਟ ਨੂੰ ਦਿੱਤੀ ਜਾਊਗੀ? ਇਹ ਜਿਹੜੇ ਲੋੜਵੰਦ ਵਿਦਿਆਰਥੀ ਇਸ ਸਾਲ ਜਿਨ੍ਹਾਂ ਨੇ ਪੜ੍ਹਾਈ ਆਪਣੀ ਕਰਨੀ ਸੀ ਔਰ ਹੋਣਹਾਰ ਨੇ, ਜਿਨ੍ਹਾਂ 'ਚ ਪੋਟੈਂਸ਼ੀਅਲ ਸੀਗਾ, ਔਰ ਕਿਸੇ ਨਾ ਕਿਸੇ ਕਾਰਨ ਉਹਨਾਂ ਦੇ ਮਾਪਿਆਂ ਦੇ ਕਾਰੋਬਾਰ ਜਿਹੜੇ ਨੇ ਉਹ ਖਰਾਬ ਹੋ ਗਏ, ਉਹਨਾਂ ਦੀਆਂ ਨੌਕਰੀਆਂ ਚਲੀਆਂ ਗਈਆਂ, ਜਿਨ੍ਹਾਂ ਦੀ ਵਿੱਤੀ ਜਿਹੜੀ ਸਮਰੱਥਾ ਹੈ ਉਹ ਨਹੀਂ ਰਹੀ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ। ਅਸੀਂ ਕੋਸ਼ਿਸ਼ ਕੀਤੀ ਹੈ, ਇੱਕ ਨਿਮਾਣਾ ਜਿਹਾ ਉਪਰਾਲਾ ਚੰਡੀਗੜ੍ਹ ਯੂਨੀਵਰਸਿਟੀ ਨੇ ਕੀਤਾ ਕਿ ਅਸੀਂ ਉਹਨਾਂ ਵਿਦਿਆਰਥੀਆਂ ਦੀ ਬਾਂਹ ਫੜੀਏ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਦਾ ਬਹੁਤ ਵੱਡਾ ਇੱਕ ਸਰਮਾਇਆ ਬਣ ਸਕਦੇ ਨੇ, ਐਸੈਟ ਬਣ ਸਕਦੇ ਹੈ। ਔਰ ਉਹਨਾਂ ਦੀ ਆਈਡੈਂਟੀਫਿਕੇਸ਼ਨ ਵਾਸਤੇ ਅਸੀਂ ਆਨਲਾਈਨ ਪੋਰਟਲ ਬਣਾਇਆ ਹੈਗਾ। ਉੱਥੇ ਜਾ ਕੇ ਬੱਚੇ ਨੇ ਆਪਣੀ ਜਿਹੜੀ ਜਾਣਕਾਰੀ ਹੈ ਦੇਣੀ ਹੈ। ਉਸ ਤੋਂ ਬਾਅਦ ਇੱਕ ਕਮੇਟੀ ਉਹਦੀ ਵੈਲੂਏਸ਼ਨ ਕਰੇਗੀ, ਅਸੈਸ ਕਰੇਗੀ, ਔਰ ਅਸੀਂ ਅਪ ਟੂ 100% ਸਾਡੀ ਕੋਸ਼ਿਸ਼ ਹੈ ਕਿ ਕੋਈ ਵੀ ਵਿਦਿਆਰਥੀ ਇਸ ਸਾਲ ਪੈਸੇ ਦੀ ਥੋੜ੍ਹ ਕਰਕੇ ਪੜ੍ਹਾਈ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਸਾਡੀ ਕੋਸ਼ਿਸ਼ ਹੈ, ਜਿੰਨੇ ਸਾਡੇ ਸਾਧਨ ਹੈ, ਸਾਡੀਆਂ ਵੀ ਸੀਮਾਵਾਂ ਹੈਗੀਆਂ ਨੇ, ਲੇਕਿਨ ਸਾਡੀ ਕੋਸ਼ਿਸ਼ ਹੈ ਕਿ ਅਸੀਂ ਹਰ ਉਸ ਲੋੜਵੰਦ ਵਿਦਿਆਰਥੀ ਦੀ ਬਾਂਹ ਫੜੀਏ ਜਿਹੜਾ ਇੱਕ ਸਮਾਜ ਦਾ ਸਰਮਾਇਆ ਆਉਣ ਵਾਲੇ ਸਮੇਂ ਵਿੱਚ ਬਣ ਸਕਦਾ, ਜਿਸ ਦੇ ਵਿੱਚ ਪੋਟੈਂਸ਼ੀਅਲ ਹੈ। ਜੇ ਗੱਲ ਵਿੱਤੀ ਹਾਲਾਤਾਂ ਦੀ, ਕੋਈ ਕ੍ਰਾਈਟੇਰੀਆ ਬਣਾਇਆ ਗਿਆ ਕਿ ਇਸ ਤੋਂ ਘੱਟ ਜਿਹੜੇ ਨੇ ਪੈਰਾਮੀਟਰ ਜਾਂ ਇਸ ਤੋਂ ਘੱਟ ਇਨਕਮ ਵਾਲੇ ਨੇ, ਉਹਨਾਂ ਦੀ ਸਹਾਇਤਾ ਕੀਤੀ ਜਾਊਗੀ? ਇਸ ਦੇ ਮਾਪਦੰਡ ਦੋ ਹੀ ਨੇ ਜੀ। ਇੱਕ ਪਹਿਲਾ ਮਾਪਦੰਡ ਤਾਂ ਉਸ ਦੀ ਵਿੱਤੀ ਪੋਜੀਸ਼ਨ ਕੀ ਹੈਗੀ ਆ, ਜਿਨ੍ਹਾਂ ਮਾਪਿਆਂ ਦੀ ਜੌਬ ਚਲੀ ਗਈ ਆ, ਜਿਨ੍ਹਾਂ ਦਾ ਕੋਈ ਕਾਰੋਬਾਰ ਨਹੀਂ ਰਿਹਾ। ਔਰ ਦੂਸਰਾ ਮਾਪਦੰਡ ਜਿਹੜਾ ਜ਼ਰੂਰੀ ਮੈਂ ਦੱਸਣਾ ਚਾਹਾਂਗਾ, ਬੱਚੇ ਦੀ ਐਕੈਡਮਿਕ ਪਰਫਾਰਮੈਂਸ। ਇਹ ਪੈਸਾ ਸਮਾਜ ਦਾ ਪੈਸਾ ਹੈਗਾ। ਇਹ ਟਰਸਟ ਨੇ ਆਪਣੇ ਸਾਧਨਾਂ ਤੋਂ ਇਕੱਠਾ ਕਰਕੇ ਬਾਕੀ ਬੱਚਿਆਂ ਦੀ ਫੀਸ ਦੇ ਵਿੱਚੋਂ ਆਪਣੇ ਖਰਚੇ ਘਟਾ ਕੇ ਇਹ ਵਿਵਸਥਾ ਕੀਤੀ ਹੈ। ਇਹ ਉਹਨਾਂ ਵਿਦਿਆਰਥੀਆਂ 'ਤੇ ਹੀ ਇਨਵੈਸਟ ਕੀਤਾ ਜਾਵੇਗਾ ਜਿਨ੍ਹਾਂ 'ਚ ਪੋਟੈਂਸ਼ੀਅਲ ਹੈ। ਸਿਰਫ ਆਰਥਿਕ ਸੰਕਟ ਹੀ ਇਹਦਾ ਆਧਾਰ ਨਹੀਂ ਹੋ ਸਕਦਾ, ਕਿਉਂਕਿ ਅਗਰ ਬੱਚੇ ਦੇ ਪੋਟੈਂਸ਼ੀਅਲ ਨਹੀਂ ਹੈ, ਬੱਚਾ ਅੱਗੇ ਜਾ ਕੇ ਕੁਝ ਕਰ ਨਹੀਂ ਸਕਦਾ, ਉਸਦੀ ਐਕੈਡਮਿਕ ਪਰਫਾਰਮੈਂਸ ਅੱਛੀ ਨਹੀਂ ਹੈ, ਤਾਂ ਸ਼ਾਇਦ ਅਸੀਂ ਉਸਦੀ ਬਹੁਤ ਜ਼ਿਆਦਾ ਮਦਦ ਨਾ ਕਰ ਪਾਈਏ। ਕੁਛ ਮਿੱਥਿਆ ਗਿਆ ਕਿ ਇੰਨੇ % ਤੋਂ ਉੱਤੇ ਵਾਲੇ ਬੱਚੇ ਨੂੰ ਅਸੀਂ ਲੈਣਾ, ਅਤੇ ਉਹਦੀ ਪਰਿਵਾਰਕ ਇਨਕਮ ਵੀ ਕੁਛ ਮਿੱਥੀ ਗਈ ਹੈ ਕਿ ਇੰਨੀ ਇਨਕਮ ਹੋਵੇ ਜਾਂ ਆਹ ਸਾਧਨ ਹੋਣ, ਉਸ ਤੋਂ ਘੱਟ ਵਾਲੇ ਬੱਚੇ ਨੂੰ ਰੱਖਿਆ ਜਾਏਗਾ? ਨਹੀਂ, ਇਸ ਦੇ ਵਾਸਤੇ ਕੋਈ ਬਹੁਤ ਹਾਰਡ ਐਂਡ ਫਾਸਟ, ਮੈਂ ਤੁਹਾਨੂੰ ਦੱਸਿਆ ਕਿ ਕੋਈ ਨਿਯਮ ਨਹੀਂ ਬਣਾਏ ਗਏ। ਬੜੇ ਸਰਲ ਅਤੇ ਸਿੰਪਲ ਸਾਦੇ ਨਿਯਮ ਰੱਖੇ ਗਏ ਆ। ਉਹ ਕਮੇਟੀ ਡਿਸਾਈਡ ਕਰੇਗੀ ਕਿ ਕਿੰਨੇ ਬੱਚੇ ਅਪਲਾਈ ਕਰਦੇ ਆ, ਕਿਉਂਕਿ ਫਾਈਨੈਂਸ਼ੀਅਲ ਏਡ ਨੂੰ ਅਸੀਂ ਫਾਈਨਾਂਸ ਦੇ ਵਿੱਚ ਤਾਂ ਮੈਜਰ ਕਰ ਸਕਦੇ ਹਾਂ। ਅਸੀਂ 48 ਕਰੋੜ ਰੁਪਇਆ ਫਿਕਸ ਕਰ ਦਿੱਤਾ, ਲੇਕਿਨ 48 ਕਰੋੜ ਰੁਪਏ ਦੀ ਜਿਹੜੀ ਵੰਡ ਹੈ ਉਹ ਕਿਸ ਤਰੀਕੇ ਨਾਲ ਕੀਤੀ ਜਾਵੇ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਇਸ ਦਾ ਬੈਨੀਫਿਟ ਮਿਲੇ। ਔਰ ਇਸ ਦੀ ਜਿਹੜੀ ਰੇਂਜ ਰੱਖੀ ਗਈ ਹੈ 10% ਤੋਂ ਲੈ ਕੇ 100% ਤੱਕ ਜਿਹੜੀ ਆ ਆਰਥਿਕ ਸਹਾਇਤਾ ਜਿਹੜੀ ਉਹ ਕੀਤੀ ਜਾਏਗੀ। ਕਿ ਜੇ ਕੋਈ ਬੱਚਾ ਬਿਲਕੁਲ ਹੀ ਬਹੁਤ ਹੀ ਮੈਰੀਟੋਰੀਅਸ ਹੈ ਔਰ ਬਹੁਤ ਹੀ ਜ਼ਿਆਦਾ ਵਿੱਤੀ ਸੰਕਟ ਹੈ, ਫਿਰ ਪੂਰੀ ਦੀ ਪੂਰੀ ਜ਼ਿੰਮੇਵਾਰੀ ਚੰਡੀਗੜ੍ਹ ਯੂਨੀਵਰਸਿਟੀ ਲੈਗੀ। ਲੇਕਿਨ ਕੁਝ ਬੱਚੇ ਹੋਣਗੇ ਜਿਹੜੇ ਵਿੱਚ ਵਿਚਾਲੇ ਵਾਲੇ ਹੈਗੇ ਨੇ, ਉਹਨਾਂ ਨੂੰ ਥੋੜ੍ਹੀ ਬਹੁਤ ਆਰਥਿਕ ਸਹਾਇਤਾ ਮਿਲ ਜੇ ਤੇ ਉਹ ਕਰ ਸਕਦੇ ਆ, ਕੁਝ ਉਹਨਾਂ ਦੇ ਮਾਪੇ ਕਰ ਸਕਦੇ ਆ। ਔਰ ਇਸ ਦੇ ਨਾਲ ਬਹੁਤ ਸਾਰੇ ਜਿਹੜੇ ਸਾਡੇ ਨੈਸ਼ਨਲ ਬੈਂਕ, ਉਹਨਾਂ ਨਾਲ ਅਸੀਂ ਟਾਈਪ ਕੀਤਾ ਹੈ ਕਿ ਜਿਹੜੇ ਬੱਚੇ ਕਿਸੇ ਵੀ ਕੈਟਾਗਰੀ 'ਚ ਨਹੀਂ ਆਉਂਦੇ ਜਾਂ ਕਿਸੇ ਤਰੀਕੇ ਨਾਲ ਉਹ 100% ਸਕਾਲਰਸ਼ਿਪ 'ਚ ਨਹੀਂ ਆਉਂਦੇ ਜਾਂ ਸਾਡੇ ਪੈਸਿਆਂ ਤੋਂ ਬਾਹਰ ਗੱਲ ਚਲੀ ਜਾਂਦੀ ਹੈ, ਤਾਂ ਸਾਨੂੰ ਬੈਂਕਾਂ ਦਾ ਸਹਿਯੋਗ ਵੀ ਮਿਲ ਰਿਹਾ। ਅਸੀਂ ਉਹਨਾਂ ਬੈਂਕਾਂ ਤੋਂ ਉਹਨਾਂ ਦੇ ਸਟੱਡੀ ਲੋਨ ਵੀ ਕਰਵਾ ਕੇ ਦੇਵਾਂਗੇ। ਇਹਦੇ ਵਿੱਚ ਕੁਛ ਇਹ ਵੀ ਰੱਖਿਆ ਕਿ ਇਕੱਲੇ SC BC ਬੱਚਿਆਂ ਨੂੰ ਦਿੱਤੀ ਜਾਊਗੀ ਜਾਂ ਜਨਰਲ ਹਰ ਕਿਸੇ ਵਰਗ ਦੇ ਬੱਚਿਆਂ ਨੂੰ ਦਿੱਤੀ ਜਾਊਗੀ ਸਕਾਲਰਸ਼ਿਪ? ਨਹੀਂ, ਇਸ ਦਾ ਕੋਈ ਵਰਗੀਕਰਨ ਨਹੀਂ ਕੀਤਾ ਗਿਆ। ਮੈਂ ਦੱਸਿਆ ਕਿ ਦੋ ਹੀ ਪੈਰਾਮੀਟਰ ਨੇ ਇਹਦੇ ਵਾਸਤੇ, ਕੋਈ SC BC ਜਾਂ ਕੋਈ ਨਹੀਂ, ਕਿਸੇ ਵੀ ਵਰਗ ਦਾ ਬੱਚਾ ਹੈਗਾ, ਲੇਕਿਨ ਆਰਥਿਕ ਉਹਦਾ ਜਿਹੜਾ ਆਧਾਰ ਹੈ ਆਰਥਿਕ, ਔਰ ਦੂਸਰਾ ਆਧਾਰ ਉਸਦੀ ਐਕੈਡਮਿਕ ਪਰਫਾਰਮੈਂਸ। ਸੋ ਕਿੰਨੇ ਕੁ ਬੱਚੇ ਤੁਸੀਂ ਸੋਚ ਰਹੇ ਹੋ ਇਹਦੇ ਵਿੱਚ ਕਵਰ ਕੀਤੇ ਜਾਣਗੇ ਇਸ ਸਕੀਮ ਦੇ ਤਹਿਤ? ਸਾਡਾ ਅੰਦਾਜ਼ਾ ਜੀ ਕਿ ਅਸੀਂ ਕੋਈ 3000 ਦੇ ਕਰੀਬ ਬੱਚਿਆਂ ਨੂੰ ਇਹ ਬੈਨੀਫਿਟ ਦੇਣਾ ਚਾਹੁੰਦੇ ਹੈਗੇ ਹਾਂ। ਇਸ ਦੇ ਨਾਲ ਅਸੀਂ 1500 ਦੇ ਕਰੀਬ ਬੱਚੇ ਨੂੰ ਚਾਹੁੰਦੇ ਹਾਂ ਕਿ ਜਿਹੜੇ ਸਟੱਡੀ ਲੋਨ ਵਗੈਰਾ ਜਾਂ ਬਾਕੀ ਸਕੀਮਾਂ ਗਵਰਨਮੈਂਟ ਦੀਆਂ ਉਸ ਦੇ ਵਿੱਚ ਲੈ ਕੇ ਜਾਈਏ। ਬਾਕੀ ਗਵਰਨਮੈਂਟ ਦੀਆਂ ਸਕੀਮਾਂ ਉਵੇਂ ਦੀਆਂ ਜਾਰੀ ਰਹਿਣਗੀਆਂ ਜਿਵੇਂ ਪਹਿਲਾਂ ਉਹ ਲੈ ਰਹੇ ਨੇ? ਬਿਲਕੁਲ ਜੀ। ਬਾਕੀ ਜਿਹੜੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਇਸ ਤੋਂ ਵੱਖਰੀ ਹੈ। ਗਵਰਨਮੈਂਟ ਦੀਆਂ ਹੋਰ ਬਹੁਤ ਸਾਰੀਆਂ ਸਕਾਲਰਸ਼ਿਪ, ਮਿਨੋਰਟੀ ਸਕਾਲਰਸ਼ਿਪ ਸਕੀਮ ਇਸ ਤੋਂ ਵੱਖਰੀ ਹੈ। ਫਿਰ ਜਿਹੜੇ ਸਟੱਡੀ ਲੋਨ ਹੈਗੇ, ਜਿਵੇਂ ਦੱਸ ਚੁੱਕਿਆ ਮੈਂ ਤੁਹਾਨੂੰ, ਇਸ ਤੋਂ ਅਲੱਗ ਹੈਗੇ ਨੇ। 48 ਕਰੋੜ ਰੁਪਇਆ ਐਨਰੋਲ ਚੰਡੀਗੜ੍ਹ ਯੂਨੀਵਰਸਿਟੀ ਦੇ ਆਪਣੇ ਫੰਡਸ ਦੇ ਵਿੱਚੋਂ ਅਸੀਂ ਦੇ ਰਹੇ ਹਾਂ। ਇਹਦੇ ਨਾਲ ਇੱਕ ਲਾਸਟ ਕੁਐਸਚਨ, ਜਿਹੜੇ ਦੇ ਵੀ ਬੱਚੇ ਆਉਣਗੇ ਉਹ ਇਸੇ ਸੈਸ਼ਨ ਵਾਲੇ ਆਉਣਗੇ ਜਾਂ ਜਿਹੜੇ ਪਹਿਲਾਂ ਵੀ ਸਟੱਡੀ ਕਰ ਰਹੇ ਨੇ ਉਹਨਾਂ ਨੂੰ ਵੀ ਤੁਸੀਂ ਕਵਰ ਕਰੋਗੇ? ਇਹ ਗੱਲ ਮੈਂ ਸਪਸ਼ਟ ਕਰਨੀ ਚਾਹੁੰਦਾ ਕਿ ਇਹ ਜਿਹੜੀ ਸਕੀਮ ਹੈਗੀ ਹੈ ਫਾਈਨੈਂਸ਼ੀਅਲ ਏਡ ਦੀ, ਇਹ ਨਵੇਂ ਬੈਚ ਤੋਂ ਲਾਗੂ ਹੋਏਗੀ, ਕਿਉਂਕਿ ਪੁਰਾਣੇ ਬੈਚ ਦੀ ਫੀਸ ਦੇ ਵਿੱਚੋਂ ਤਾਂ ਸਾਧਨ ਬੇਸਿਕਲੀ ਯੂਨੀਵਰਸਿਟੀ ਕੋਲੇ ਕੋਈ ਫੰਡ ਬਾਹਰੋਂ ਨਹੀਂ ਆਉਂਦੇ ਕਿਤੋਂ। ਯੂਨੀਵਰਸਿਟੀ ਨੇ ਆਪਣੇ ਵਸੀਲਿਆਂ ਦੇ ਵਿੱਚੋਂ ਜਿਹੜੇ ਬਾਕੀ ਬੱਚੇ ਸਮਰੱਥ ਬੱਚੇ ਨੇ, ਔਰ ਮੈਂ ਬੇਨਤੀ ਵੀ ਕਰਨਾ ਚਾਹੂੰਗਾ ਕਿ ਜਿਹੜੇ ਕਈ ਵਾਰੀ ਹੁੰਦਾ ਕੀ ਹੈ ਕਿ ਜਦੋਂ ਕੋਈ ਕਿਸੇ ਦੀ ਲੋੜਵੰਦ ਦੀ ਭਲਾਈ ਵਾਸਤੇ ਕੋਈ ਸਕੀਮ ਜਾਰੀ ਕੀਤੀ ਜਾਂਦੀ ਹੈ, ਤਾਂ ਜਿਹੜੇ ਲੋਕ ਸਮਰੱਥ ਹੈਗੇ ਨੇ, ਕਈ ਵਾਰੀ ਉਹਨਾਂ ਨੂੰ ਵੀ ਲੱਗਦਾ ਕਿ ਚਲੋ ਠੀਕ ਹੈ ਆਪਾਂ ਵੀ ਇਸ ਦੇ ਵਿੱਚ ਅਪਲਾਈ ਕਰ ਦਈਏ। ਤਾਂ ਮੇਰੀ ਬੇਨਤੀ ਹੈ ਕਿ ਇਹ ਸਮਾਜਿਕ ਜ਼ਿੰਮੇਵਾਰੀ ਦੇ ਤਹਿਤ ਅਸੀਂ ਕਰ ਰਹੇ ਹੈਗੇ ਹਾਂ।
ਤੋ ਜਿਹੜੇ ਸਮਰੱਥ ਮਾਪੇ ਨੇ ਉਹ ਆਪਣੀ ਪੂਰੀ ਫੀਸ ਜ਼ਰੂਰ ਦੇਣ, ਉਹ ਇਸ ਸਕੀਮ ਦੇ ਵੱਲ ਝਾਕਣ ਵੀ ਨਾ, ਉਹ ਨਾ ਦੇਖਣ, ਕਿਉਂਕਿ ਜਿਹੜੇ ਲੋੜਵੰਦ ਨੇ ਉਹਨਾਂ ਦੀ ਮਦਦ ਕਰ ਪਈ ਹੈ। ਸਤਨਾਮ ਜੀ, ਕਰੋਨਾ ਦੇ ਚੱਲਦੇ ਹਜੇ ਸਥਿਤੀ ਸਾਫ਼ ਨਹੀਂ ਹੈਗੀ, ਕਲਾਸਾਂ ਨਵੇਂ ਸੈਸ਼ਨ ਦੀਆਂ ਲੱਗਣਗੀਆਂ ਜਾਂ ਨਹੀਂ ਲੱਗਣਗੀਆਂ, ਫਿਰ ਕਿਵੇਂ ਮੈਨੇਜ ਕਰੋਗੇ ਸਾਰਾ? ਇਸ ਦੇ ਵਾਸਤੇ ਅਸੀਂ ਤਿਆਰੀ ਕਰ ਲਈ ਹੈ ਜੀ। ਅਸੀਂ ਪੂਰਾ 6 ਮਹੀਨੇ ਦਾ ਪਲਾਨ ਜਿਹੜਾ ਕਰ ਲਿਆ ਹੈਗਾ। ਅਸੀਂ ਵਰਚੁਅਲ ਕੈਂਪਸ ਜਿਹੜਾ ਅਸੀਂ ਪਰਚੇਜ਼ ਕੀਤਾ, ਔਰ ਚੰਡੀਗੜ੍ਹ ਯੂਨੀਵਰਸਿਟੀ ਪੰਜਾਬ ਦੀ ਪਹਿਲੀ ਯੂਨੀਵਰਸਿਟੀ ਹੈ ਜਿਹਨੇ ਅਮਰੀਕਾ ਦਾ ਜਿਹੜਾ ਵਰਲਡ ਦਾ ਸਭ ਤੋਂ ਟੌਪ ਕਲਾਸ ਲਰਨਿੰਗ ਮੈਨੇਜਮੈਂਟ ਸਿਸਟਮ ਹੈ, ਜਿਸ ਦੇ ਵਿੱਚ ਵਰਚੁਅਲ ਕੈਂਪਸ ਦੀ ਪੂਰਾ ਐਕਸਪੀਰੀਅੰਸ ਬੱਚੇ ਨੂੰ ਹੋ ਸਕਦਾ ਹੈ, ਜਿਸ ਦੇ ਵਿੱਚ ਲੈਬ ਲੱਗ ਸਕਦੀ ਹੈ, ਜਿਸ ਦੇ ਵਿੱਚ ਕਲਾਸਾਂ ਪ੍ਰੋਪਰ ਲੱਗਦੀਆਂ, ਹਾਜ਼ਰੀ ਲੱਗਦੀ ਹੈ, ਸੈਮੀਨਾਰ ਹੁੰਦੇ ਨੇ, ਈਵੈਂਟ ਹੁੰਦੇ ਨੇ, ਈਵਨ ਕਿ ਈ ਸਪੋਰਟਸ ਦਾ ਪ੍ਰੋਵੀਜ਼ਨ ਵੀ ਹੈ। ਅਸੀਂ ਉਹ ਕੈਂਪਸ ਜਿਹੜਾ ਵਰਚੁਅਲ ਕੈਂਪਸ ਆ ਅਸੀਂ ਪਰਚੇਜ਼ ਕਰ ਲਿਆ। ਹੈਵੀ ਇਨਵੈਸਟਮੈਂਟ ਸੀ, ਲੇਕਿਨ ਅਸੀਂ ਦੇਖਿਆ ਕਿ ਆਪਣੇ ਬੱਚਿਆਂ ਵਾਸਤੇ ਕੋਈ ਵੈਸੇ ਕੰਪਰੋਮਾਈਜ਼ ਨਹੀਂ ਕਰਾਂਗੇ। ਜਿਹੜਾ ਪ੍ਰੋਫੈਸਰ ਅਮਰੀਕਾ ਦੀ ਕਿਸੇ ਯੂਨੀਵਰਸਿਟੀ ਵਿੱਚ ਹੁਣ ਪੜ੍ਹਾ ਰਿਹਾ ਹੈਗਾ, ਜਿਹਨੂੰ ਅਸੀਂ ਪਹਿਲਾਂ ਅਫੋਰਡ ਨਹੀਂ ਕਰ ਸਕਦੇ ਸੀ ਕਿ ਚੰਡੀਗੜ੍ਹ ਲੈ ਕੇ ਆਈਏ, ਰਾਦਰ ਉਹ ਵੀ ਹੁਣ ਅਸੀਂ ਆਪਣੇ ਬੱਚਿਆਂ ਦੇ ਵਾਸਤੇ ਵਿਵਸਥਾ ਕਰਾਂਗੇ ਕਿ ਸਾਡੇ ਬੱਚਿਆਂ ਦੇ ਸਨਮੁਖ ਹੋਵੇ, ਔਰ ਸਾਡੇ ਬੱਚਿਆਂ ਨੂੰ ਵਰਲਡ ਕਲਾਸ ਜਿਹੜਾ ਐਕਸਪੀਰੀਅੰਸ ਆ ਉਹ ਦੇਵਾਂਗੇ। ਔਰ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਸ ਸਾਲ ਚਾਹੇ ਕਿ ਮਹਾਮਾਰੀ ਦਾ ਸੰਕਟ ਬਹੁਤ ਵੱਡਾ ਹੈ, ਅਸੀਂ ਆਪਣੇ ਬੱਚਿਆਂ ਨੂੰ ਪਹਿਲਾਂ ਤੋਂ ਵਧੀਆ ਕੁਆਲਿਟੀ, ਪਹਿਲਾਂ ਤੋਂ ਬਿਹਤਰ ਸਹੂਲਤਾਂ ਔਰ ਪਹਿਲਾਂ ਤੋਂ ਬਿਹਤਰ ਲਰਨਿੰਗ ਐਕਸਪੀਰੀਅੰਸ ਜਿਹੜਾ ਅਸੀਂ ਉਹ ਦੇਣ ਜਾ ਰਹੇ ਹਾਂ। ਜਾਣੀ ਕਿ ਇਸ ਵਾਰੀ ਜਿਹੜਾ ਸੈਸ਼ਨ ਹੋਊਗਾ ਉਹਦਾ ਰੂਪ ਪੂਰੀ ਤਰ੍ਹਾਂ ਬਦਲਿਆ ਹੋਇਆ ਆਏਗਾ। ਬਿਲਕੁਲ ਬਦਲਿਆ ਹੋਇਆ ਰੂਪ ਹੈ ਜੀ। ਉਸ ਦੇ ਵਾਸਤੇ ਬਹੁਤ ਵੱਡੀ ਇਨਵੈਸਟਮੈਂਟ ਕੀਤੀ ਗਈ ਹੈਗੀ ਆ। ਉਹ ਜੁਗਾੜਬਾਜੀ ਨਹੀਂ ਕੀਤੀ ਗਈ ਕਿ ਆਨਲਾਈਨ ਐਜੂਕੇਸ਼ਨ ਦੇ ਨਾਮ ਤੇ ਬਹੁਤ ਸਾਰੀ ਅੱਜ ਕੱਲ੍ਹ ਕ੍ਰਿਟਿਸਿਜ਼ਮ ਵੀ ਹੋ ਰਿਹਾ, ਆਲੋਚਨਾ ਹੋ ਰਹੀ ਹੈ। ਅਸੀਂ ਪ੍ਰੋਪਰ ਇਨਫਰਾਸਟ੍ਰਕਚਰ ਜਿਹੜਾ ਚਾਹੀਦਾ ਸੀਗਾ ਉਹ ਕ੍ਰੀਏਟ ਕੀਤਾ, ਔਰ ਉਸ ਦੇ ਨਾਲ ਅਧਿਆਪਕਾਂ ਦੀ ਟ੍ਰੇਨਿੰਗ, ਨਵੇਂ ਸਟੂਡੀਓ ਬਣਾਏ ਗਏ ਹੈਗੇ ਨੇ, ਨਵਾਂ ਕੰਟੈਂਟ ਤਿਆਰ ਕੀਤਾ ਜਾ ਰਿਹਾ ਹੈਗਾ। ਤਾਂ ਮੈਂ ਜਿਵੇਂ ਤੁਹਾਨੂੰ ਦਾਅਵਾ ਕੀਤਾ ਹੈਗਾ ਕਿ ਵਰਲਡ ਕਲਾਸ ਜਿਹੜਾ ਕਿਸੇ ਦੀ ਅਮਰੀਕਨ ਯੂਨੀਵਰਸਿਟੀ ਦੇ ਵਿੱਚ ਐਕਸਪੀਰੀਅੰਸ ਮਿਲਣਾ ਹੈਗਾ, ਔਰ ਇਹ ਸਿਰਫ ਮਹਾਮਾਰੀ ਤੱਕ ਸੀਮਿਤ ਨਹੀਂ ਹੈ, ਇਹ ਕਰੋਨਾ ਤੋਂ ਬਾਅਦ ਵੀ ਬਲੈਂਡਡ ਲਰਨਿੰਗ ਦੇ ਰੂਪ ਦੇ ਵਿੱਚ ਇਹ ਜਾਰੀ ਰਹੇਗਾ। ਜਦੋਂ ਕੈਂਪਸ ਖੁੱਲ੍ਹੇਗਾ ਇਹ ਉਦੋਂ ਵੀ ਬੰਦ ਨਹੀਂ ਹੋਏਗਾ, ਕਿਉਂਕਿ ਵਰਚੁਅਲ ਜਿਹੜਾ ਲਰਨਿੰਗ ਐਕਸਪੀਰੀਅੰਸ ਹੈ ਉਹ ਬੱਚੇ ਨੂੰ ਇੰਡੀਵਿਜੂਅਲ ਸਪੇਸ ਪ੍ਰਦਾਨ ਕਰਦਾ। ਹਰ ਬੱਚੇ ਨੂੰ ਨਿੱਜੀ ਸਪੇਸ ਚਾਹੀਦੀ ਹੁੰਦੀ ਹੈ, ਜਿਹੜੀ ਕਿ ਅਸੀਂ ਬਾਕੀ ਕਲਾਸ ਦੇ ਵਿੱਚ ਉਹ ਨਹੀਂ ਦੇ ਪਾਉਂਦੇ। ਇੱਕ ਕਲਾਸ ਦੇ ਵਿੱਚ 60 ਬੱਚੇ ਬੈਠੇ ਹੈ, ਤਾਂ ਇੱਕ ਅਧਿਆਪਕ ਦੇ ਕੋਲੇ ਕੋਈ ਐਸਾ ਟੂਲ ਨਹੀਂ ਹੈ ਕਿ ਹਰ ਬੱਚੇ ਦੀ ਇੰਡੀਵਿਜੂਅਲ ਨੀਡ ਨੂੰ ਪੂਰਾ ਕਰ ਸਕੇ। ਲੇਕਿਨ ਇਹ ਜਿਹੜਾ ਸਿਸਟਮ ਹੈ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ 'ਤੇ ਆਧਾਰਿਤ ਹੈਗਾ, ਔਰ ਆਰਟੀਫਿਸ਼ੀਅਲ ਇੰਟੈਲੀਜੈਂਸ ਹਰ ਇੰਡੀਵਿਜੂਅਲ ਦੀਆਂ ਨੀਡਸ ਨੂੰ ਆਇਡੈਂਟੀਫਾਈ ਕਰਦੀ ਹੈ ਔਰ ਉਹਨਾਂ ਨੂੰ ਪੂਰਾ ਕਰਦੀ ਹੈ। ਔਰ ਇਹ ਸਿਸਟਮ ਸਾਨੂੰ ਇਹ ਵੀ ਰਿਕਾਰਡ ਦੇਗਾ ਕਿ ਹਰ ਕਲਾਸ ਦੇ ਵਿੱਚ ਬੱਚੇ ਨੇ ਕਿੰਨਾ ਪਾਰਟਿਸਿਪੇਟ ਕੀਤਾ, ਕਿੰਨੇ ਸਵਾਲ ਪੁੱਛੇ, ਉਸ ਦੀ ਬਾਡੀ ਲੈਂਗੁਏਜ ਕੀ ਸੀ, ਉਹ ਕਿੱਧਰ ਝਾਕ ਰਿਹਾ ਸੀ, ਕਿੰਨੇ ਧਿਆਨ ਦੇ ਨਾਲ ਉਹਨੇ ਅਟੈਂਡ ਕੀਤਾ ਕਲਾਸ ਨੂੰ। ਔਰ ਇਸ ਦੇ ਵਿੱਚ ਦੋਨੋਂ ਸਾਈਡ ਹੈ ਕਿ ਬੱਚੇ ਆਪਣੇ ਟੀਚਰ ਨੂੰ ਰੇਟ ਕਰਨਗੇ ਹਰ ਕਲਾਸ ਤੋਂ ਬਾਅਦ, ਔਰ ਟੀਚਰ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਕਲਾਸ ਖਤਮ ਹੋਣ ਦੇ 5 ਮਿੰਟਾਂ ਤੋਂ ਵੀ ਘੱਟ ਟਾਈਮ ਦੇ ਵਿੱਚ ਉਹ ਸਾਰਾ ਰਿਕਾਰਡ ਹੋਏਗਾ। ਔਰ ਇਸ ਦੇ ਨਾਲ ਇੱਕ ਹੋਰ ਵੱਡਾ ਫਾਇਦਾ ਹੈਗਾ ਕਿ ਹਰ ਲੈਕਚਰ ਜਿਹੜਾ ਰਿਕਾਰਡ ਹੋ ਕੇ ਬੱਚੇ ਦੇ ਲੈਪਟਾਪ ਦੇ ਵਿੱਚ ਆ ਜਾਏਗਾ। ਅਗਰ ਕੋਈ ਚੀਜ਼ ਉਹਨੂੰ ਮਿਸ ਹੋ ਗਈ, ਉਹ ਰਿਪੀਟ ਕਰਨਾ ਚਾਹੁੰਦਾ, ਉਹ ਸੁਣ ਸਕਦਾ ਹੈ। ਔਰ ਸਿਰਫ ਇਸ ਦੇ ਵਿੱਚ ਕਲਾਸਰੂਮ ਟੀਚਿੰਗ ਨਹੀਂ ਹੋਏਗੀ, ਇਸ ਦੇ ਵਿੱਚ ਲੈਬੋਰੇਟਰੀਜ਼ ਵੀ ਹੋਣਗੀਆਂ, ਵਰਚੁਅਲ ਲੈਬ ਲੱਗਣਗੀਆਂ। ਹਰ ਤਰ੍ਹਾਂ ਦਾ ਐਕਸਪੀਰੀਅੰਸ ਬੱਚੇ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾਏਗੀ। ਜਿਹੜੀ ਕਿ ਆਪਾਂ ਹੁਣ ਇਹ ਕਹਿ ਸਕਦੇ ਕਿ ਭਵਿੱਖ ਦੀ ਜਿਹੜੀ ਸਟੱਡੀ ਹੋਊਗੀ ਉਹਦਾ ਰੂਪ ਬਦਲਿਆ ਹੋਇਆ ਆਏਗਾ। ਬਿਲਕੁਲ, ਮੈਂ ਦੱਸਣਾ ਚਾਹੁੰਦਾ ਹਾਂ ਕਿ ਇੰਡੀਆ ਸੋਚ ਰਿਹਾ ਸੀਗਾ ਕਿ ਅਸੀਂ ਵਰਚੁਅਲ ਜਿਹੜੀ ਬਲੈਂਡਡ ਲਰਨਿੰਗ ਦੇ ਵਿੱਚ ਜਾਈਏ। ਜਿਹੜਾ ਕੰਮ ਅੱਜ ਤੋਂ 5 ਸਾਲ ਬਾਅਦ ਹੋਣਾ ਸੀ, ਇਹ ਹੋਣਾ ਸੀ, ਉਹ ਐਡਵਾਂਸ ਹੋ ਗਿਆ, ਕਿਉਂਕਿ ਉਸ ਦੇ ਵਾਸਤੇ ਅਸੀਂ ਪ੍ਰੀਪੇਅਰਡ ਨਹੀਂ ਸੀਗੇ। ਲੇਕਿਨ ਇਸ ਮਹਾਮਾਰੀ ਦੇ ਕਰਕੇ ਜਿਹੜੇ ਇਹਦੇ ਮਾੜੇ ਪ੍ਰਭਾਵ ਪਏ, ਚੰਗਾ ਪ੍ਰਭਾਵ ਇਹ ਪੈ ਗਿਆ ਹੈਗਾ ਕਿ ਟੈਕਨੋਲੋਜੀ ਦੇ ਵਿੱਚ ਅਸੀਂ ਐਡਵਾਂਸਮੈਂਟ ਕਰ ਲਈ ਹੈਗੀ ਆ। ਜਿਹੜੀਆਂ ਸੰਸਥਾਵਾਂ ਨੂੰ ਫਿਕਰ ਸੀਗਾ ਆਪਣੇ ਵਿਦਿਆਰਥੀਆਂ ਦਾ, ਉਹਨਾਂ ਨੇ ਇਹ ਇਨਵੈਸਟਮੈਂਟ ਕੀਤੀਆਂ ਹੈਗੀਆਂ। ਅਮਰੀਕਾ, ਕੈਨੇਡਾ ਅਤੇ ਵਿਕਸਿਤ ਦੇਸ਼ਾਂ ਵਿੱਚ ਪਹਿਲਾਂ ਹੀ ਚੱਲ ਰਿਹਾ, ਅਸੀਂ ਪਿੱਛੇ ਸੀਗੇ, ਲੇਕਿਨ ਹੁਣ ਅਸੀਂ ਉਹਨਾਂ ਦੇ ਬਰਾਬਰ ਖੜੇ ਹੋ ਜਾਵਾਂਗੇ, ਔਰ ਅਸੀਂ ਆਪਣੇ ਬੱਚੇ ਨੂੰ ਗਲੋਬਲ ਐਕਸਪੀਰੀਅੰਸ ਜਿਹੜਾ ਹੈਗਾ, ਵਰਲਡ ਕਲਾਸ ਐਕਸਪੀਰੀਅੰਸ ਆ, ਇਸ ਸਾਲ ਦੇ ਪਾਵਾਂਗੇ। ਸਤਨਾਮ ਜੀ, ਮੇਰਾ ਲਾਸਟ ਸਵਾਲ ਆ। ਮੋਸਟਲੀ ਤੌਰ 'ਤੇ ਦੇਖਿਆ ਗਿਆ ਆਨਲਾਈਨ ਸਟੱਡੀ ਦੇ ਨਾਮ 'ਤੇ ਜ਼ਿਆਦਾਤਰ WhatsApp 'ਤੇ ਸਿਲੇਬਸ ਭੇਜ ਦਿੱਤਾ ਜਾਂਦਾ, ਉਹ ਕਿੰਨਾ ਕੁ ਸਹੀ ਹੈ? ਉਹ ਬਿਲਕੁਲ ਸਹੀ ਨਹੀਂ ਹੈ ਜੀ। ਦੇਖੋ, ਇੱਕ ਸਮਾਂ ਸੀਗਾ ਕਿ ਜਦੋਂ ਅਚਾਨਕ ਸਾਡੇ ਸਾਹਮਣੇ ਵਿਪਤਾ ਆਈ, ਮੈਂ ਇੱਥੇ ਤੁਹਾਡੇ ਮੰਚ ਤੋਂ ਇਹ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਸਾਡੇ ਅਧਿਆਪਕ ਜਿਹੜੇ ਨੇ ਉਹ ਵੀ ਬੜੇ ਵੱਡੇ ਕੋਵਿਡ ਵਾਰੀਅਰ ਹੈ। ਜਦੋਂ ਇਹ ਸੰਕਟ ਆਇਆ ਸੀ, ਉਸ ਵੇਲੇ ਪੜ੍ਹਾਈ ਵਿਚਕਾਰ ਚੱਲ ਰਹੀ ਸੀ। ਉਹਨਾਂ ਨੇ ਆਪਣੇ ਬੱਚਿਆਂ ਦਾ ਖਿਆਲ ਛੱਡ ਕੇ ਆਪਣੇ ਵਿਦਿਆਰਥੀਆਂ ਦਾ ਖਿਆਲ ਕੀਤਾ, ਔਰ ਘਰਾਂ 'ਚ ਬੈਠ ਕੇ ਆਨਲਾਈਨ ਜੋ ਵੀ ਸਾਧਨ ਸੀ, ਚਾਹੇ WhatsApp ਸੀ, ਚਾਹੇ ਆਨਲਾਈਨ ਸੀ, Zoom ਸੀ, Google ਸੀ, ਕਿਸੇ ਵੀ ਸਾਧਨ ਰਾਹੀਂ ਉਹਨਾਂ ਨੇ ਸਿਲੇਬਸ ਪੂਰੇ ਕੀਤੇ। ਲੇਕਿਨ ਉਹ ਆਰਜੀ ਸੀ। ਹੁਣ ਸਾਡੇ ਕੋਲ ਸਮਾਂ ਸੀਗਾ, ਅਗਰ ਹੁਣ ਅਸੀਂ ਪ੍ਰੋਪਰ ਲਰਨਿੰਗ ਮੈਨੇਜਮੈਂਟ ਸਿਸਟਮ ਦੀ ਵਿਵਸਥਾ ਕੀਤੇ ਬਿਨਾਂ ਆਨਲਾਈਨ ਕੁਝ ਕਰਦੇ, ਮੈਂ ਸਮਝਦਾ ਕਿ ਉਹ ਕੋਈ ਸਹੀ ਨਹੀਂ ਹੋਏਗਾ, ਉਹ ਐਕਸਪੀਰੀਅੰਸ ਚੰਗਾ ਨਹੀਂ ਹੋਏਗਾ। ਔਰ ਮੈਂ ਸੰਸਥਾਵਾਂ ਨੂੰ ਵੀ ਬੇਨਤੀ ਕਰਨੀ ਚਾਹੂੰਗਾ, ਅਧਿਆਪਕਾਂ ਨੂੰ ਵੀ ਬੇਨਤੀ ਕਰਨੀ ਚਾਹੂੰਗਾ, ਸਾਡੀ ਚੁਣੌਤੀ ਵੱਧ ਗਈ ਹੈ। ਕਿਉਂਕਿ ਜਦੋਂ ਬੱਚਾ ਕੈਂਪਸ ਵਿੱਚ ਪੜ੍ਹਦਾ ਸੀ
ਉਸ ਵੇਲੇ ਸਾਨੂੰ ਬੱਚਾ ਹੀ ਜੱਜ ਕਰਦਾ ਸੀ, ਲੇਕਿਨ ਹੁਣ ਜਦੋਂ ਘਰ ਬੈਠ ਕੇ ਪੜ੍ਹੇਗਾ ਤੇ ਉਹਦੇ ਮਾਪੇ ਵੀ ਜੱਜ ਕਰਨਗੇ। ਉੱਥੇ ਉਹਦੇ ਮਾਪਿਓ ਵੀ ਦੇਖਣਗੇ ਕਿ ਇਹ ਯੂਨੀਵਰਸਿਟੀ ਜਾਂ ਇਹ ਕਾਲਜ ਜਾਂ ਇਹ ਸਕੂਲ, ਇਹ ਸੰਸਥਾ ਕਿਸ ਤਰ੍ਹਾਂ ਦੀ ਪੜ੍ਹਾਈ ਕਰਾ ਰਹੀ ਹੈ। ਤੋ ਸਾਡੀ ਹੁਣ ਪਰਖ ਦਾ ਸਮਾਂ ਆ ਗਿਆ ਹੈਗਾ, ਔਰ ਸਾਨੂੰ ਇਸ ਪਰਖ 'ਤੇ ਪੂਰੇ ਉਤਰਨ ਵਾਸਤੇ ਸਾਨੂੰ ਇਨਵੈਸਟਮੈਂਟ ਕਰਨੀਆਂ ਪੈਣਗੀਆਂ, ਸਾਨੂੰ ਨਵੇਂ ਸਾਧਨ, ਨਵੇਂ ਵਸੀਲੇ ਜਟਾਉਣੇ ਪੈਣਗੇ, ਔਰ ਸਾਨੂੰ ਨਵੀਂ ਟੈਕਨੋਲੋਜੀ ਜਿਹੜੀ ਆ ਉਹ ਲੈ ਕੇ ਆਉਣੀ ਪਏਗੀ। ਸੋ ਚੰਡੀਗੜ੍ਹ ਯੂਨੀਵਰਸਿਟੀ ਜਿੱਥੇ ਵਿਦਿਆਰਥੀਆਂ ਦੀ ਸਟੱਡੀ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੀ ਸਟੱਡੀ 'ਚ ਕਿਸੇ ਤਰ੍ਹਾਂ ਦਾ ਵਿਘਨ ਨਾ ਪਵੇ, ਕੋਈ ਰੁਕਾਵਟ ਨਾ ਪਵੇ, ਉਹਨਾਂ ਲਈ ਇੱਕ ਸਕੀਮ ਲੈ ਕੇ ਆਈ ਹੈ। ਉੱਥੇ ਹੀ ਭਵਿੱਖ ਦੀ ਸਟੱਡੀ ਨੂੰ ਦੇਖਦੇ ਹੋਏ ਵਰਚੁਅਲ ਕਲਾਸਾਂ ਵੀ ਸ਼ੁਰੂ ਕਰ ਰਹੀ ਹੈ। ਚੰਡੀਗੜ੍ਹ ਤੋਂ ਕੈਮਰਾ ਪਰਸਨ ਕਾਸ਼ਦੀਪ ਦੇ ਨਾਲ ਰਵੀ ਜੱਖੂ।